ਹੜ੍ਹਾਂ ਦੇ ਨਾਲ ਹੋਏ ਨੁਕਸਾਨ ਨੂੰ ਲੈ ਕੇ ਅੱਜ ਸੀਐਮ ਕਰਨਗੇ ਅਹਿਮ ਬੈਠਕ। ਵਿਸ਼ੇਸ਼ ਗਿਰਦਾਵਰੀ ਨੂੰ ਲੈ ਕੇ ਹੋਵੇਗੀ ਚਰਚਾ। ਨਵੇਂ ਆਮ ਆਦਮੀ ਕਲੀਨਿਕ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਰਨਗੇ ਮੀਟਿੰਗ। ਤਰਨਤਾਰਨ 'ਚ ਭਾਰਤ ਪਾਕਿਸਤਾਨ ਬਾਰਡਰ ਤੇ ਸ਼ੱਕੀ ਸ਼ਖਸ ਨੂੰ ਕੀਤਾ ਢੇਰ। ਫੈਂਸਿੰਗ ਪਾਰ ਕਰ ਪਾਕਿਸਤਾਨ ਵਾਲੇ ਪਾਸੇ ਜਾਣ ਦੀ ਕਰ ਰਿਹਾ ਸੀ ਕੋਸ਼ਿਸ਼। ਬੀਐਸਐਫ ਨੇ ਕੀਤੀ 5 ਰਾਉਂਡ ਫਾਇਰਿੰਗ। ਅਜ਼ਰਬਾਈਜਾਨ ਤੋਂ ਭਾਰਤ ਲਿਆਂਦੇ ਸਚਿਨ ਬਿਸ਼ਨੋਈ ਦਾ ਮਾਮੇ ਲਾਰੈਂਸ ਦੇ ਨਾਲ ਹੋਏਗਾ ਸਾਹਮਣਾ। ਦੋਹਾਂ ਨੂੰ ਇਕੱਠਿਆਂ ਬਿਠਾ ਕੇ ਕੀਤੀ ਜਾਵੇਗੀ ਪੁੱਛਗਿੱਛ। ਜਲਦ ਲਾਰੈਂਸ ਨੂੰ ਬਠਿੰਡਾ ਤੋਂ ਦਿੱਲੀ ਲੈ ਕੇ ਜਾਵੇਗੀ ਪੁਲਿਸ। ਅੱਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਦਿੱਲੀ 에ਅਰਪੋਰਟ ਤੋਂ ਐਨਆਰਆਈ ਗ੍ਰਿਫਤਾਰ। ਸਪੇਨ ਭੱਜਣ ਦੀ ਫਿਰਾਕ ਦੇ ਵਿੱਚ ਸੀ ਹਰਜੀਤ ਸਿੰਘ। ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਰਚਣ ਦਾ ਵੀ ਇਲਜ਼ਾਮ। ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਵਾਰ ਫੇਰ ਮੋਬਾਈਲ ਫੋਨਸ ਦੀ ਖੇਪ ਬਰਾਮਦ। ਤਲਾਸ਼ੀ ਦੌਰਾਨ 17 ਮੋਬਾਈਲ ਬਰਾਮਦ। ਤੰਬਾਕੂ ਦੇ ਵੀ ਮਿਲੇ ਬੰਡਲ। ਬਠਿੰਡਾ 'ਚ ਸਿਹਤ ਵਿਭਾਗ ਨੇ ਸਟ੍ਰਿੰਗ ਕਰ ਫੜੀ ਮਹਿਲਾ ਡਾਕਟਰ। ਗੈਰ ਕਾਨੂੰਨੀ ਤਰੀਕੇ ਦੇ ਨਾਲ ਅਬੋਰਸ਼ਨ ਕਰਨ ਦੇ ਲਈ ਲਏ ਸਨ 4500 ਰੁਪਏ। ਮੈਡੀਕਲ ਟੀਮ ਨੇ ਪੁਲਿਸ ਦੇ ਨਾਲ ਜਾ ਕੇ ਰੰਗੇ ਹੱਥੀਂ ਫੜਿਆ। ਚੰਡੀਗੜ੍ਹ ਸ਼ਿਮਲਾ ਨੈਸ਼ਨਲ ਹਾਈਵੇ ਤੋਂ ਬਾਅਦ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਵੀ ਹੋਇਆ ਬੰਦ। ਮੰਡੀ ਦੇ 6 ਮੀਲ ਨੇੜੇ ਪਹਾੜੀ ਤੋਂ ਮੁੜ ਡਿੱਗੀਆਂ ਚਟਾਨਾਂ ਮਲਬਾ ਹਟਾਉਣ ਦਾ ਕੰਮ ਜਾਰੀ। ਛੋਟੀਆਂ ਗੱਡੀਆਂ ਨੂੰ ਡਾਇਵਰਟ ਕਰਕੇ ਭੇਜਿਆ ਜਾ ਰਿਹਾ। ਹੁਣ ਪੰਜਾਬ ਰਾਜ ਭਵਨ ਦੇ ਖਾਣੇ ਦੇ ਵਿੱਚ ਨਹੀਂ ਹੋਵੇਗੀ ਟਮਾਟਰ ਦੀ ਵਰਤੋਂ। ਗਵਰਨਰ ਨੇ ਅਸਥਾਈ ਤੌਰ ਤੇ ਰੋਕ ਲਗਾਉਣ ਦੇ ਦਿੱਤੇ ਆਦੇਸ਼। ਲੋਕਾਂ ਨੂੰ ਰੇਟ ਘਟਣ ਤੱਕ ਹੋਰ ਵਿਕਲਪ ਵਰਤਣ ਦੀ ਅਪੀਲ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ। ਅੰਮ੍ਰਿਤਸਰ 에ਅਰਪੋਰਟ ਤੇ 2 ਘੰਟੇ ਤੱਕ ਬ੍ਰਿਟਿਸ਼ ਐਮਪੀ ਨੂੰ ਰੋਕੇ ਜਾਣ ਦਾ ਮਾਮਲਾ ਭਖਿਆ ਹੈ। ਬ੍ਰਿਟਿਸ਼ ਐਮਪੀ ਤਨਮਨਜੀਤ ਦੇਸੀ ਦਾ ਵੱਡਾ ਇਲਜ਼ਾਮ ਹੈ ਕਿਸਾਨ ਅੰਦੋਲਨ ਕਰਕੇ ਪਰੇਸ਼ਾਨ ਕੀਤੇ ਜਾਣ ਦਾ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬੋਲਣ ਕਰਕੇ ਪਰੇਸ਼ਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਅੰਮ੍ਰਿਤਸਰ 에ਅਰਪੋਰਟ ਤੇ ਦੱਸਦੀ ਕਿ 2 ਘੰਟੇ ਦੇ ਲਈ ਰੋਕਿਆ ਗਿਆ। ਕੁਝ ਹੇਟਰਸ ਨੇ ਮੇਰਾ OCI ਵੀਜ਼ਾ ਸਸਪੈਂਡ ਕਰਨ ਦੇ ਲਈ ਸ਼ਿਕਾਇਤਾਂ ਕੀਤੀਆਂ ਸਨ। ਉਹਨਾਂ ਨੇ ਕਿਹਾ ਹੈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਵਾਲ ਚੁੱਕੇ ਨੇ ਔਰ ਦੇਸੀ ਨੂੰ ਤੰਗ ਕਰਨਾ ਅਤ ਨਿੰਦਣਯੋਗ ਹੈ। ਇਹ ਸੁਖਬੀਰ ਬਾਦਲ ਨੇ ਕਿਹਾ ਹੈ ਦੇਸ਼ ਦੇ ਧਰਮ ਨਿਰਪੱਖ ਅਕਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਤਾਂ ਅਮਿਤ ਸ਼ਾਹ ਨੂੰ ਨਿੱਜੀ ਦਖਲ ਦੀ ਅਪੀਲ ਕੀਤੀ ਹੈ ਸੁਖਬੀਰ ਬਾਦਲ ਨੇ। ਸੋ ਦੱਸ ਦਈਏ ਕਿ ਬ੍ਰਿਟਿਸ਼ ਦੇ ਐਮਪੀ ਨੇ ਤਨਮਨਜੀਤ ਦੇਸੀ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਰੋਕਣ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਨੇ ਆਵਾਜ਼ ਚੁੱਕੀ ਸੀ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਲਈ। ਤਾਂ ਦੱਸ ਦਈਏ ਕਿ ਹਮੇਸ਼ਾ ਤੋਂ ਉਹਨਾਂ ਦੇ ਵੱਲੋਂ ਵੱਖ-ਵੱਖ ਬਿਆਨਬਾਜ਼ੀ ਜਾਂ ਕਹਿ ਲਈਏ ਕਿ ਅਜਿਹੇ ਸਪੋਕਸਪਰਸਨ ਨੇ ਜਿਹੜੇ ਕਿ ਖੁੱਲੇ ਤੌਰ ਤੇ ਉਹ ਰੱਖਦੇ ਨੇ ਆਪਣੀ ਗੱਲ। ਤਾਂ ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣਾ ਉਹਨਾਂ ਨੂੰ ਭਾਰੀ ਪਿਆ। ਤਾਂ ਤਨਮਨਜੀਤ ਦੇਸੀ ਨੇ ਦੱਸਿਆ ਕਿ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਪਿਛਲੇ ਸਾਲ ਭਾਰਤ ਪਹੁੰਚਣ ਤੇ ਮੈਨੂੰ ਬੇहद ਪਿਆਰ ਅਤੇ ਸਤਿਕਾਰ ਮਿਲਿਆ ਸੀ ਕਿਉਂਕਿ ਮੈਂ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ ਬੋਲਦਾ ਰਿਹਾ ਸੀ। ਪਰ ਮੈਨੂੰ ਅੰਮ੍ਰਿਤਸਰ 에ਅਰਪੋਰਟ ਤੇ ਰੋਕੇ ਜਾਣਾ ਅਪਮਾਨ ਸਹਿਣਾ ਪਿਆ ਹੈ। ਕੁਝ ਹੇਟਰਸ ਨੇ ਮੇਰਾ OCI ਵੀਜ਼ਾ ਸਸਪੈਂਡ ਕਰਾਉਣ ਦੇ ਲਈ ਸ਼ਿਕਾਇਤਾਂ ਕੀਤੀਆਂ ਸਨ। ਅਫਵਾਹਾਂ ਦੇ ਬਾਵਜੂਦ ਅਧਿਕਾਰੀਆਂ ਦੇ ਨਾਲ ਇਹ ਮੁੱਦਾ ਪੂਰੀ ਤਰ੍ਹਾਂ ਦੇ ਨਾਲ ਹੱਲ ਹੋ ਗਿਆ ਹੈ। ਤਾਂ ਇਹ ਉਹਨਾਂ ਨੇ ਕਿਹਾ ਹੈ। ਔਰ ਮਨਜਿੰਦਰ ਸਿਰਸਾ ਬੀਜੇਪੀ ਆਗੂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਹਾਲਾਂਕਿ ਇਹ ਵੀ ਦੱਸ ਦਈਏ ਕਿ ਸੁਖਬੀਰ ਬਾਦਲ ਨੇ ਵੀ ਇਸ ਨੂੰ ਲੈ ਕੇ ਨਿੰਦਾ ਕੀਤੀ ਹੈ। ਸਿਰਸਾ ਸਾਹਿਬ ਜੇਕਰ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤਾਂ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਔਰ ਜਾਨਣਾ ਚਾਹਾਂਗੇ ਤਨਮਨਜੀਤ ਦੇਸੀ ਕਹਿ ਰਹੇ ਨੇ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਣਾ ਭਾਰੀ ਪਿਆ, ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਹੈ। ਬਿਲਕੁਲ ਗਲਤ ਆ ਜਿਹੜੀ ਉਹਨਾਂ ਨੇ ਗੱਲ ਕਹੀ ਆ ਕਿ ਕਿਸਾਨਾਂ ਦੇ ਨਾਲ ਉਹਨਾਂ ਦੇ ਖਿਲਾਫ ਕਿਸੇ ਨੇ ਸ਼ਿਕਾਇਤਾਂ ਕੀਤੀਆਂ। ਸਾਨੂੰ ਨਹੀਂ ਪਤਾ ਜਿਹੜੀ ਹੇਟਰਸ ਦੀ ਗੱਲ ਕਰ ਰਹੇ ਹੋ ਕੌਣ ਨੇ, ਸਾਨੂੰ ਨਹੀਂ ਪਤਾ। ਪਰ ਮੇਰੀ ਨਿੱਜੀ ਤੌਰ ਤੇ ਜਦੋਂ ਮੈਨੂੰ ਪਤਾ ਲੱਗਾ ਤੇਸੀ ਸਾਹਿਬ ਦਾ, ਮੈਨੂੰ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਸਵੇਰੇ ਇਸ ਦੀ ਜਾਣਕਾਰੀ ਦਿੱਤੀ ਕਿ ਇਸੇ ਤਰੀਕੇ ਤੇਸੀ ਜੀ ਨੇ ਦੱਸਿਆ ਕਿ ਉਹਨਾਂ ਨੂੰ 에ਅਰਪੋਰਟ ਤੇ ਬਿਠਾਇਆ, ਅੱਜ ਬੈਠੇ ਹੋਏ ਨੇ, ਉਹਨਾਂ ਨੂੰ ਇਮੀਗ੍ਰੇਸ਼ਨ ਕਲੀਅਰ ਨਹੀਂ ਹੋਈ ਅੰਮ੍ਰਿਤਸਰ 에ਅਰਪੋਰਟ ਤੇ। ਮੈਂ ਖੁਦ ਤੁਰੰਤ ਦੇਸ਼ ਦੇ ਗ੍ਰਹਿ ਸਚਿਵ ਜੀ ਨਾਲ ਗੱਲ ਕੀਤੀ ਔਰ ਮੈਂ ਉਹਨਾਂ ਦੀ ਸੰਗਿਆਨ 'ਚ ਗੱਲ ਲੈ ਕੇ ਆਂਦੀ। ਉਹਨਾਂ ਨੇ ਮੈਨੂੰ ਕਿਹਾ ਸਿਰਸਾ ਜੀ ਮੈਂ 5 ਮਿੰਟ ਦੇ ਅੰਦਰ ਅੰਦਰ ਇਹਨੂੰ ਦੇਖ ਰਿਹਾ ਕਿਉਂ ਇਹ ਕਿਸ ਤਰ੍ਹਾਂ ਹੋਇਆ ਹੈ। ਦੇਰ ਇਜ਼ ਨੋ ਚਾਂਸ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਘਟ ਸਕੇ। ਮੈਂ ਧੰਨਵਾਦ ਕਰਦਾ ਭਾਰਤ ਦੀ ਸਰਕਾਰ ਦਾ। ਤੁਰੰਤ ਉਹਨਾਂ ਨੇ ਇਸ ਦਾ ਸੰਗਿਆਨ ਲਿਆ ਜਿਵੇਂ ਉਹਨਾਂ ਦੀ ਜਾਣਕਾਰੀ 'ਚ ਗੱਲ ਆਈ। ਹੁਣ ਇੰਗਲੈਂਡ ਤੋਂ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤਾਂ ਪਾ ਰਿਹਾ ਜਾਂ ਕੋਈ ਉਹਨਾਂ ਦੇ ਖਿਲਾਫ ਉਹਨਾਂ ਦੇ ਵੀਜ਼ੇ ਦੇ ਖਿਲਾਫ ਲਿਖ ਰਿਹਾ ਕਿ ਇਹਨਾਂ ਦਾ OCI ਵੀਜ਼ਾ ਰੱਦ ਕਰੋ, ਇਹ ਗੱਲਾਂ ਇੱਕ ਵੱਖਰੀਆਂ ਹੋ ਸਕਦੀਆਂ ਨੇ। ਪਰ ਜਿੱਥੋਂ ਤੱਕ ਭਾਰਤ ਦੀ ਸਰਕਾਰ ਦਾ ਵਿਸ਼ਾ ਹੈ, ਮੈਂ ਸਮਝਦਾ ਤਰਨਜੀਤ ਸਿੰਘ ਢੇਸੀ ਜਿਹੜੇ ਨੇ
ਇੱਕ ਬੜੇ ਹੀ ਸਾਡੇ ਕੌਮ ਦੇ ਆਗੂ ਵੀ ਨੇ, ਉਹਨਾਂ ਨੇ ਇੰਗਲੈਂਡ ਅੰਦਰ ਜਾ ਕੇ ਸਿੱਖ ਕੌਮ ਦਾ ਪਰਚਮ ਉੱਚਾ ਕੀਤਾ ਹੈ, ਉੱਥੋਂ ਦੇ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਨੇ। ਸਾਨੂੰ ਇਸ ਗੱਲ ਦਾ ਬੜਾ ਮਾਣ ਤੇ ਫਖਰ ਆ। ਇਸ ਕਰਕੇ ਸਾਡੇ ਮੁਲਕ ਦੀ ਸਰਕਾਰ ਵੀ ਉਹਨਾਂ ਦਾ ਬੜਾ ਇਸਤੇਮਾਲ ਕਰਦੀ ਆ, ਔਰ ਕਿਸੇ ਵੀ ਸੂਰਤ ਅੰਦਰ ਉਹਨਾਂ ਦੀ ਐਸੀ ਕੋਈ ਵੀ ਸਿਚੁਏਸ਼ਨ ਆਵੇ, ਇਸ ਦੇ ਵਾਸਤੇ ਕਦੀ ਵੀ ਸਰਕਾਰ ਕੋਈ ਵੀ ਐਸਾ ਕੰਮ ਕਰ ਨਹੀਂ ਦਊਗੀ ਕਿਸੇ ਨੂੰ ਵੀ। ਹਾਂ, ਜਿਹੜੀਆਂ ਕੋਈ ਸ਼ਿਕਾਇਤਾਂ ਲੋਕਾਂ ਨੇ ਕੀਤੀਆਂ ਨੇ ਉਹਨਾਂ ਤੱਕ ਦੀਆਂ ਹੋਣਗੀਆਂ, ਕਿੰਨਾਂ ਨੇ ਕੀਤੀਆਂ ਇਹ ਢੇਸੀ ਸਾਹਿਬ ਦੱਸ ਸਕਦੇ ਨੇ, ਪਰ ਜਦੋਂ ਸਾਡੇ ਸਰਕਾਰ ਦੇ ਸੰਗਿਆਨ 'ਚ ਲੈ ਕੇ ਆਇਆ ਤੁਰੰਤ ਇਸ ਮਸਲੇ ਨੂੰ ਉਸੇ ਵੇਲੇ ਬੈਠਾ ਕੇ ਨਿਪਟਾਇਆ। ਸਿਰਸਾ ਸਾਹਿਬ ਬਣੇ ਰਹੋ, ਬੇਨਤੀ ਹੈ। ਤਾਂ ਬੰਟੀ ਰੋਮਾਣਾ ਵੀ ਸਾਡੇ ਨਾਲ ਜੁੜ ਗਏ ਨੇ, ਪਰਮਬੰਸ ਬੰਟੀ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਤੁਹਾਡਾ ਵੀ ਸਵਾਗਤ ਹੈ ਰੋਮਾਣਾ ਜੀ। ਤਾਂ ਇਹ ਵੀ ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਹੋਰੀ ਇਹ ਵੀ ਕਹਿ ਰਹੇ ਨੇ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਅਜਿਹੇ ਘਟੀਆ ਸਲੂਕ ਨੂੰ ਰੋਕਣ ਲਈ ਨਿੱਜੀ ਤੌਰ ਤੇ ਦਖਲ ਦਿੱਤਾ ਜਾਵੇ। ਅਮਿਤ ਸ਼ਾਹ ਹੋਰਾਂ ਨੇ ਕਿਹਾ ਹੈ। ਬੰਟੀ ਰੋਮਾਣਾ ਜੀ, ਜੇਕਰ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤਾਂ ਜੀ, ਸੁਖਬੀਰ ਬਾਦਲ ਹੋਰਾਂ ਨੇ ਇਹ ਕਿਹਾ ਹੈ ਕਿ ਇਹ ਪਹਿਲ ਦੇ ਆਧਾਰ ਤੇ ਮੁੱਦਾ ਵੇਖਣਾ ਚਾਹੀਦਾ ਜਿਸ ਤਰੀਕੇ ਦਾ ਸਲੂਕ ਹੋਇਆ। ਹਾਲਾਂਕਿ ਸਿਰਸਾ ਸਾਹਿਬ ਕਹਿ ਰਹੇ ਨੇ ਕਿ ਜਦੋਂ ਉਹਨਾਂ ਦੇ ਨੋਟਿਸ 'ਚ ਆਇਆ ਹੈ ਤਾਂ ਉਹਨਾਂ ਨੇ ਫੌਰਨ ਕਾਲ ਕੀਤੀ ਹੈ ਔਰ ਉੱਥੋਂ ਉਹਨਾਂ ਨੂੰ ਕਿਹਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ, ਵੇਟ ਨਾ ਕਰਨੀ ਪਵੇ ਤਨਮਨਜੀਤ ਦੇਸੀ ਨੂੰ। ਦੇਖੋ, ਬੜੀ ਦੁੱਖ ਦੀ ਗੱਲ ਹੈ ਜੀ, ਇੱਕ ਬੜੇ ਪ੍ਰੋਮਿਨੈਂਟ ਸਿੱਖ ਹੈ ਵਰਲਡ ਓਵਰ ਜਿਨ੍ਹਾਂ ਦੀ ਰੈਕਗਨੀਸ਼ਨ ਹੈ, ਜਿਨ੍ਹਾਂ ਨੇ ਹਮੇਸ਼ਾ ਹਿਊਮਨ ਰਾਈਟ, ਸਿੱਖ ਇਸ਼ੂਜ਼, ਚਾਹੇ ਕਿਤੇ ਵੀ ਸਿੱਖਾਂ ਨਾਲ ਕੋਈ ਗੱਲ ਹੁੰਦੀ ਹੋਵੇ, ਹੀ ਇਜ਼ ਬੀਨ ਅ ਵੈਰੀ ਸਟਰੋਂਗ ਵੌਇਸ ਆਫ ਸਪੋਰਟ ਫॉर द ਸਿੱਖ ਕਮਿਊਨਿਟੀ। ਫਾਰਮਰਸ ਪ੍ਰੋਟੈਸਟ ਵੇਲੇ ਵੀ, ਫਾਰਮਰਸ ਇਸ਼ੂਜ਼ ਵੇਲੇ ਵੀ ਬੜੀ ਵੱਧ ਚੜ ਕੇ ਉਹਨਾਂ ਨੇ ਸਾਥ ਦਿੱਤਾ। ਉਹਨਾਂ ਨੂੰ ਇਸ ਤਰ੍ਹਾਂ ਇੱਕ ਇਲੈਕਟਿਡ ਐਮਪੀ ਨੂੰ, ਬ੍ਰਿਟਨ ਦੇ ਇਲੈਕਟਿਡ ਐਮਪੀ ਨੇ, ਉਹਨਾਂ ਨੂੰ ਇਸ ਤਰ੍ਹਾਂ डिटेन करना एयरपोर्ट से, ह्यूमिलिएट करना, देखो उन्होंने कौन नहीं जानता, इज एन इंटरनेशनली रिकग्नाइज्ड फिगर। उन्होंने डिटेन करना बड़ा मंदभागा है, बड़ी दुख की गल है। तो कल बादल साहब ने भी यही ट्वीट किया होम मिनिस्टर साहब नूं कि ये इंटरवीन किया जाए, बिकॉज ये रेगुलरली हो रहा। हुण तुसीं देखो, चलो ये तो इलैक्टेड एमपी ने, बट इफ यू कम टू सिख इशूज़, ਭਾਈ ਅੰਮ੍ਰਿਤਪਾਲ ਸਿੰਘ ਦੀ ਵਾਈਫ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ, ਈਵਨ ਦੋ ਉਹਨਾਂ ਤੇ ਕੋਈ ਕੇਸ ਨਹੀਂ ਹੈ। ਸਿੱਖ ਇਸ਼ੂਜ਼ ਦੇ ਉੱਤੇ ਐਨਐਸਏ ਸਿੱਖਾਂ ਦੇ ਮੁੰਡਿਆਂ ਤੇ ਲਾਈਆਂ ਜਾ ਰਹੀਆਂ। ਇਹ ਵਾਰੀ-ਵਾਰੀ ਇਹ ਜਿਹੜੇ ਸਿੱਖਾਂ ਨਾਲ ਜ਼ਿਆਦਤੀ ਹੋ ਰਹੀ ਹੈ, ਬੜਾ ਗਲਤ ਮੈਸੇਜ ਮਾਈਨੋਰਿਟੀਜ਼ ਨੂੰ ਆਲ ਓਵਰ ਜਾਂਦਾ ਹੈ। ਇਹਦੇ ਨਾਲ ਦੇਸ਼ ਦੀ ਵੀ ਇਮੇਜ ਖਰਾਬ ਹੁੰਦੀ ਹੈ। ਸੋ ਇਸ ਤੇ ਬੜਾ ਸਖਤੀ ਨਾਲ ਬ੍ਰੇਕ ਲਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਰੋਕੇ ਜਾਣਾ ਚਾਹੀਦਾ। ਠੀਕ ਹੈ, ਬਣੇ ਰਹੋ ਸਾਡੇ ਨਾਲ ਪਰਮਬਲ ਜੀ। ਸਿਰਸਾ ਸਾਹਿਬ ਕੰਪੈਰੀਜ਼ਨ ਕਰ ਰਹੇ ਨੇ ਬੰਟੀ ਰੋਮਾਣਾ ਜੀ, ਤੁਹਾਨੂੰ ਲੱਗਦਾ ਠੀਕ ਹੈ ਜਿਸ ਤਰੀਕੇ ਦੇ ਨਾਲ ਤਰਮਨਜੀਤ ਦੇਸੀ ਹੋਰਾਂ ਨੂੰ ਰੋਕਿਆ ਗਿਆ, ਜਾਂ ਫਿਰ ਅੰਮ੍ਰਿਤਪਾਲ ਹੋਰਾਂ ਦੇ ਪਤਨੀ ਦਾ ਮਾਮਲਾ ਹੈ, ਜਾਂ ਬਾਕੀ ਹੋਰ ਨੌਜਵਾਨਾਂ ਤੇ ਜਿਨ੍ਹਾਂ ਤੇ ਐਨਐਸਏ ਲੱਗਿਆ? ਸਿਰਸਾ ਸਾਹਿਬ ਮੇਰੀ ਆਵਾਜ਼ ਆ ਪਾ ਰਹੀ ਹੈ? ਤਾਂ ਸ਼ਾਇਦ ਉਹ ਫੋਨ ਜਿਹੜਾ ਹੈ ਉਹ ਨੈਟਵਰਕ ਇਸ਼ੂ ਹੈ ਜਾਂ ਕੱਟ ਚੁੱਕੇ ਨੇ, ਕੋਸ਼ਿਸ਼ ਕਰਾਂਗੇ ਦੁਬਾਰਾ ਜੋੜੀਏ। ਪਰਮਬੰਸ ਜੀ, ਤੁਹਾਡੇ ਤੋਂ ਹੀ ਸਵਾਲ ਲੈਣੇ, ਤੁਹਾਨੂੰ ਲੱਗਦਾ ਕਿ ਠੀਕ ਹੈ ਕੰਪੈਰੀਜ਼ਨ ਕਰਨਾ, ਕਿਉਂਕਿ ਦੋਨੋਂ ਵੱਖੋ ਵੱਖਰੇ ਮਸਲੇ ਨੇ? ਠੀਕ ਹੈ, ਤੁਹਾਡੀ ਗੱਲ ਇੱਕ ਵੱਖੋ ਵੱਖਰੇ ਨੇ, ਬਟ ਦੋਨੋਂ ਸਿੱਖ ਸੈਂਟੀਮੈਂਟ ਨੂੰ ਕੰਸਰਨ ਕਰਦੇ ਨੇ ਜੀ। ਦੇਖੋ, ਇਹ ਕੇਂਦਰ ਦੀ ਸਰਕਾਰਾਂ ਕੋਈ ਵੀ ਹੋਣ, ਕੱਲ ਜਿਵੇਂ ਹਰਸਿਮਰਤ ਕੌਰ ਬਾਦਲ ਜੀ ਨੇ ਪਾਰਲੀਮੈਂਟ 'ਚ ਬੋਲਦੇ ਕਿਹਾ, ਸਭ ਦਾ ਸਟੈਂਡ ਵੱਖਰਾ ਹੁੰਦਾ। ਜਦੋਂ ਆਪੋਜੀਸ਼ਨ 'ਚ ਬੈਠੇ ਹੁੰਦੇ ਉਦੋਂ ਬੋਲੀ ਵੱਖਰੀ, ਜਦੋਂ ਸਰਕਾਰ 'ਚ ਆ ਜਾਂਦੇ ਉਦੋਂ ਬੋਲੀ ਵੱਖਰੀ ਹੋ ਜਾਂਦੀ ਹੈ। ਸਿੱਖਾਂ ਦੇ ਮਸਲਿਆਂ ਤੇ, ਚਾਹੇ ਮੁੰਡਿਆਂ ਤੇ ਐਨਐਸਏ ਸਾਡੇ ਨੌਜਵਾਨਾਂ ਤੇ ਲਾ ਕੇ ਉਹਨਾਂ ਨੂੰ ਦੂਰ ਜੇਲ੍ਹਾਂ 'ਚ ਡਿਬਰੂਗੜ੍ਹ ਵਗੈਰਾ ਸਿੱਟਿਆ ਗਿਆ, ਚਾਹੇ ਮੈਂ ਜਿਵੇਂ ਜ਼ਿਕਰ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵਾਈਫ ਨੂੰ ਵਾਰੀ-ਵਾਰੀ ਰੋਕਣ ਤੋਂ ਜਾਣ ਤੋਂ ਰੋਕਿਆ ਜਾ ਰਿਹਾ। ਕਿਉਂ ਰੋਕਿਆ ਜਾ ਰਿਹਾ? ਜਾਂ ਤਾਂ ਦੱਸਣ ਉਹਨਾਂ ਤੇ ਕੀ ਕੇਸ ਹੈ। ਹੁਣ ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੇ ਬੜੇ ਤਕੜੇ ਹੋ ਕੇ ਸਿੱਖਾਂ ਦੀ ਆਵਾਜ਼ ਚੱਕੀ ਹੈ, ਹਿਊਮਨ ਰਾਈਟਸ ਦੀ ਗੱਲ ਕੀਤੀ ਹੈ, ਫਾਰਮਰਸ ਇਸ਼ੂਜ਼ ਤੇ ਬੋਲੇ ਹੈ, ਇਹ ਐਂਟੀ ਸਿੱਖ, ਐਂਟੀ ਮਾਈਨੋਰਿਟੀ ਜਿਹੜਾ ਰਵੱਈਆ ਹੈ ਇਹ ਸਾਹਮਣੇ ਆਉਂਦਾ ਹੈ, ਐਂਡ ਦਿਸ ਇਜ਼ ਹਾਈਲੀ ਕੰਡੈਮਨੇਬਲ। ਠੀਕ ਹੈ, ਸਿਰਸਾ ਸਾਹਿਬ ਆਵਾਜ਼ ਆ ਪਾ ਰਹੀ ਹੈ ਮੇਰੀ? ਸਿਰਸਾ ਸਾਹਿਬ ਆਵਾਜ਼ ਆ ਪਾ ਰਹੀ ਜੀ? ਪਰਮਬੰਸ ਜੀ ਕਹਿ ਰਹੇ ਨੇ, ਕੰਪੈਰੀਜ਼ਨ ਕਰ ਰਹੇ ਨੇ ਕਿ ਅੰਮ੍ਰਿਤਪਾਲ ਹੋਰਾਂ ਦੇ ਪਤਨੀ ਜਾਂ ਬਾਕੀ ਹੋਰ ਨੌਜਵਾਨ ਉਹਨਾਂ ਤੇ ਐਨਐਸਏ ਲਗਾਇਆ ਗਿਆ। ਉਹਨਾਂ ਦਾ ਕੁੱਲ ਮਿਲਾ ਕੇ ਕਹਿਣਾ ਕਿ ਵਰਲਡ ਵਾਈਡ ਜਿਹੜਾ ਮੈਸੇਜ ਹੈ ਉਹ ਗਲਤ ਜਾਂਦਾ ਜਿਸ ਤਰੀਕੇ ਦੇ ਨਾਲ ਭਾਰਤ 'ਚ ਹੋ ਰਿਹਾ ਹੈ। ਦੇਖੋ, ਅਕਾਲੀ ਦਲ ਦਾ ਇੱਕ ਹੀ ਸਟੈਂਡ ਆ, ਵਿਰੋਧ ਕਰਨਾ ਬੀਜੇਪੀ ਦਾ। ਇਹੀ ਕੱਲ ਤੱਕ ਪਾਰਲੀਮੈਂਟ 'ਚ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਰੌਲਾ ਪਾ ਰਹੀ ਸੀ, ਔਰ ਪਾਰਲੀਮੈਂਟ ਦੇ ਬਾਹਰ ਆ ਕੇ ਬੋਲ ਰਹੇ ਸੀ ਕਿ ਦੇਖੋ ਜੀ, ਇਹ ਤੇ ਲੋਕਾਂ ਨੇ ਸਾਡੇ ਪੰਜਾਬ ਨੂੰ ਡਿਸਟਰਬ ਕਰਨ ਵਾਸਤੇ ਇਹ ਸਰਕਾਰੀ ਲੋਕ ਭੇਜੇ ਨੇ ਉੱਥੇ, ਉਹ ਸਰਕਾਰੀ ਲੋਕ ਪੰਜਾਬ ਦਾ ਨੁਕਸਾਨ ਕਰ ਰਹੇ ਨੇ। ਇਹ ਵੀਡੀਓ ਪਾ ਕੇ ਪ੍ਰੈਸ ਨੂੰ ਸਟੇਟਮੈਂਟ ਪੈ ਕਹਿ ਕੇ ਔਰ ਉੱਥੋਂ ਦੇ ਮੁੱਖ ਮੰਤਰੀ ਨੂੰ ਬੋਲ ਰਹੇ ਸੀ। ਅੱਜ ਬੀਜੇਪੀ ਨੂੰ ਕਹਿ ਰਹੇ ਨੇ
अरे भाई स्टेट ਦਾ ਮਸਲਾ ਸਟੇਟ ਨੇ ਉਸ ਨਾਲ ਲਾਇਆ ਐਨਐਸਏ ਲਾਣਾ ਨਹੀਂ ਲਾਉਣਾ ਸਟੇਟ ਦਾ ਪ੍ਰੀਵਿਊ ਆ ਸਟੇਟ ਨੂੰ ਕੁਛ ਉਹ ਤੋਂ ਡਰਦੇ ਬੋਲਦੇ ਨਹੀਂ ਭਗਵੰਤ ਮਾਨ ਦੇ ਖਿਲਾਫ ਤੇ ਡਰਦੇ ਬੋਲਦੇ ਨਹੀਂ ਹੈਗੇ ਉਹਨੂੰ ਪਤਾ ਵੀ ਜਿਹਨਾਂ ਚੁੱਕ ਕੇ ਬੰਦ ਕਰ ਦੂਗਾ ਇਹਨਾਂ ਦੀ ਹਿੰਮਤ ਨਹੀਂ ਉਹਦੇ ਖਿਲਾਫ ਬੋਲਣ ਔਰ ਬੋਲੀ ਜਾਣਗੇ ਬੀਜੇਪੀ ਨੂੰ ਭੰਡੇ ਜਾਣਗੇ ਇੱਕ ਪਾਸੇ ਬੀਜੇਪੀ ਦੇ ਪਿੱਛੇ ਫਿਰਦੇ ਨੇ ਸਾਡੇ ਨਾਲ ਅਲਾਈਅੰਸ ਕਰ ਲਓ ਫਿਰ ਬੀਜੇਪੀ ਐਡੀ ਮਾਰਦੀ ਫਿਰ ਉਹਨਾਂ ਅਲਾਈਅੰਸ ਕਰਨ ਨੂੰ ਕਿਉਂ ਕਹਿੰਦੇ ਜੀ ਬੇਨਤੀ ਹੈ ਜੀ ਮੇਰਾ ਜਵਾਬ ਲਵਾਂਗੇ ਜੀ ਜਵਾਬ ਲਵਾਂਗੇ ਗੱਲ ਪੂਰੀ ਕਰ ਲੈਣ ਸਿਰਸਾ ਸਾਹਿਬ ਜਦੋਂ ਤੱਕ ਢੇਸੀ ਜੀ ਦੀ ਗੱਲ ਸੀ ਮੈਂ ਤੁਹਾਨੂੰ ਵਿਅਕਤੀਗਤ ਤੌਰ ਤੇ ਦੱਸਿਆ ਉਹਨੂੰ ਡਿਟੇਨ ਕਰ ਲਿਆ ਗਿਆ ਜੋ ਜੀ ਕਰਦਾ ਮਨਮਰਜ਼ੀ ਬੋਲੀ ਜਾਣਾ ਕਿਹੜਾ ਕੋਈ ਪੁੱਛਣ ਵਾਲਾ ਹੈਗਾ ਕਿਸ ਨੂੰ ਡਿਟੇਨ ਕੀਤਾ ਗਿਆ ਡਿਟੇਨ ਕਰਨ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਪੁਲਿਸ ਆਪਣੀ ਕਸਟਡੀ ਦੇ ਅੰਦਰ ਲੈ ਰਵੇ ਡਿਟੇਨ ਕਰਕੇ ਰੋਕ ਲੈ 에ਅਰਪੋਰਟ ਤੇ ਉਹਦੀ ਇਮੀਗ੍ਰੇਸ਼ਨ ਕਲੀਅਰ ਅਸੀਂ ਅਮਰੀਕਾ ਜਾਂਦੇ ਆ ਕੈਨੇਡਾ ਜਾਂਦੇ ਆ 2-2 ਘੰਟੇ ਸਾਡੀ ਇਮੀਗ੍ਰੇਸ਼ਨ ਦੇ ਅੰਦਰ ਸਾਡੀ ਚੈੱਕ ਕਰਦੇ ਨੇ ਲੈ ਕੇ ਦੂਜੇ ਜਗ੍ਹਾ ਚਲੇ ਜਾਂਦੇ ਨੇ ਫਾਈਲ ਚੈੱਕ ਕਰਦੇ ਨੇ ਨਥਿੰਗ ਰੋਂਗ ਅਬਾਊਟ ਦੈਟ ਔਰ ਕਿਸੇ ਦੇਸੀ ਸਾਹਿਬ ਨੇ ਵੀ ਕਿਹਾ ਹੈ ਸਿਰਸਾ ਸਾਹਿਬ ਇਹ ਵੀ ਜ਼ਿਕਰ ਹੀ ਹੋਗਾ ਗੱਲ ਜਾਣਕਾਰੀ ਦਿੱਤੀ ਆ ਉਹਨਾਂ ਨੇ ਵੀ ਕਿਹਾ ਹੇਟਰਸ ਨੇ ਮੇਰੇ ਖਿਲਾਫ ਮੇਰੀ OIC ਵੀਜ਼ੇ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਹਾਂ ਤੇ ਉਹਨਾਂ ਦੇ ਖਿਲਾਫ ਕੀਤੀਆਂ ਕਿ ਸਰਕਾਰ ਨੇ ਤਾਂ ਕੀਤੀ ਨਹੀਂ ਉਹ ਕਹਿ ਰਹੇ ਨੇ ਕਿਸਾਨ ਅੰਦੋਲਨ 'ਚ ਹੱਕ 'ਚ ਬੋਲਣ ਦੀ ਕੀਮਤ ਚੁਕਾਉਣੀ ਪਈ ਹੈ ਨਹੀਂ ਕਿਸਾਨ ਅੰਦੋਲਨ ਦੀ ਪੁਰਾਣੀ ਤੋਂ ਉਹਨਾਂ ਦੀ ਗੱਲ ਸੁਣ ਤੋਂ ਪੜ੍ਹ ਚਲੋ ਮੈਂ ਟਵੀਟ ਪੜ੍ਹ ਦਿਆਂ ਤੁਹਾਨੂੰ ਉਹਨਾਂ ਦਾ ਪੂਰਾ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਕਿਉਂਕਿ ਜੇ ਤੁਸੀਂ ਗੱਲ ਸਿਰਫ ਸਿਲੈਕਟਡ ਆਪਣੀ ਮਰਜ਼ੀ ਨਾਲ ਚੁੱਕ ਕੇ ਬੋਲਣਾ ਚਾਹੋਗੇ ਨਹੀਂ ਸਾਰਾ ਟਵੀਟ ਜ਼ਿਕਰ ਕੀਤਾ ਆਪਾਂ ਚਲਾ ਵੀ ਰਹੇ ਹਾਂ ਲਗਾਤਾਰ ਸਿਰਸਾ ਸਾਹਿਬ ਮੇਰੀ ਬੇਨਤੀ ਉਹਨਾਂ ਲਿਖਿਆ ਹੈ ਟੁਡੇ I had the defeat of being held back for over 2 hours at Amritsar airport because some haters had complained to get my valid OCI visa suspended. ਹੁਣ ਕੁਝ ਲੋਕਾਂ ਨੇ ਕੰਪਲੇਂਟ ਕਰਕੇ ਉਹਨਾਂ ਦਾ OCI ਵੀਜ਼ਾ ਸਸਪੈਂਡ ਕਰਨ ਦੀਆਂ ਕੰਪਲੇਂਟਾਂ ਕੀਤੀਆਂ ਹੋਈਆਂ ਸੀ 에ਅਰਪੋਰਟ ਤੇ ਆਏ ਉਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ ਹੁਣ ਜੇ 에ਅਰਪੋਰਟ ਦੇ ਉੱਤੇ ਕਿਸੇ ਨੂੰ ਇਮੀਗ੍ਰੇਸ਼ਨ ਵਾਸਤੇ 1 ਘੰਟਾ ਲੱਗਣਾ ਪਵੇ ਉਹ ਕਵੇ ਜੀ ਮੈਂ ਤੇ ਦੇਸ਼ ਦੇ ਮੇਰੀ ਬੇਇਨਸਾਫੀ ਹੋ ਗਈ ਜੀ ਮੇਰੇ ਨਾਲ ਜ਼ਿਆਦਤੀ ਹੋ ਗਈ ਮੇਰੇ ਨਾਲ ਧੱਕਾ ਹੋ ਗਿਆ क्या मैं आज अपने टीवी चैनल से ऑफिशियली ये गल कहना है अमेरिका के अंदर 3-3 घंटे लोग फाइलें चेक करते हैं उस तो बाद इमीग्रेशन क्लियर कर देने कभी किसी ने क्या धक्का हो गया केवल और केवल सरकार के खिलाफ बोलना कुछ लोगों में चाह चढ़िया पिया कि सानू बोलण दा बई जे तुसीं बोलना है तो बोलो पर दोवें पासे इतना चलो मैं तुहानू अमृतपाल की मिसाल दे के दसदा पिया इसे पार्टी के लीडरशिप में नाम लेना चंगा नहीं लगता टीवियां उत्ते किसी दे जो बंदा ना होवे ओहदी मौजूदगी च पर इस पार्टी की लीडरशिप ने सीनियर लीडर इन्हां दे मैंबर पार्लीमेंट जिहड़े सीगे ओह कहिंदे सीगे कि देखो जी ये गुंडागर्दी करदा पिया ते कार्रवाई क्यों नहीं हो रही लो दसो हुण पंजाब स्टेट ने कार्रवाई कीती है भगवंत मान के खिलाफ बोलण नूं तैयार नहीं हैगे चलो जवाब ले लीजिए सर सब गलबात ਜਿਹੜੇ ਕੰਮ ਹੀ ਭਗਵੰਤ ਮਾਨ ਨੇ ਕੀਤੇ ਆ ਉਸ ਤੋਂ ਡਰੀ ਜਾਂਦੇ ਪਏ ਨੇ चलो जवाब ले लीजिए और बेनती है बने रहो जवाब ले लीजिए फिर उसका जी ਮੈਂ ਤੇ ਆਪਣੀ ਗੱਲ ਦੱਸਦੀ ਜੀ ਮੈਂ ਤੈਨੂੰ ਜਵਾਬਾਂ ਤੂੰ ਮੈਂ ਚ ਨਹੀਂ ਪੈਂਦਾ ਮੈਂ ਤੈਨੂੰ ਆਪਣੀ ਪਾਰਟੀ ਦਾ ਸਟੈਂਡ ਕਲੀਅਰ ਕਰ ਦਿੱਤਾ ਮਾਈ ਸਟੈਂਡ ਇਜ਼ ਵੈਰੀ ਕਲੀਅਰ ਆਪਣੀ ਪਾਰਟੀ ਦਾ ਸਟੈਂਡ ਬੜਾ ਕਲੀਅਰ ਆ ਨਾ ਤਰਨਜੀਤ ਸਿੰਘ ਢੇਸੀ ਸਾਡਾ ਆਪਣਾ ਮੇਰਾ ਆਪਣਾ ਨਿੱਜੀ ਤੌਰ ਤੇ ਦੋਸਤ ਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਪਰ ਤਰਨਜੀਤ ਸਿੰਘ ਢੇਸੀ ਮੇਰਾ ਨਿੱਜੀ ਦੋਸਤ ਆ ਔਰ ਮੈਂ ਨਿੱਜੀ ਤੌਰ ਤੇ ਸੰਪਰਕ ਚ ਉਹਦੇ ਹਮੇਸ਼ਾ ਠੀਕ ਹੈ ਸਰ ਸਾਹਿਬ ਉਸ ਤੋਂ ਬਾਅਦ ਮੇਰੇ ਨਾਲ ਨਿੱਜੀ ਤੌਰ ਤੇ ਸੰਪਰਕ ਅੰਦਰ ਆ ਸੋ ਇਸ ਕਰਕੇ ਪਾਰਟੀ ਦੀ ਗੱਲ ਮੈਂ ਕਰ ਸਕਦਾ ਬਾਕੀ ਤੂੰ ਮੈਂ ਦੇ ਕੰਮਾਂ ਚ ਨਹੀਂ ਠੀਕ ਹੈ ਤੁਹਾਡਾ ਪੱਖ ਰੱਖਿਆ ਤੁਸੀਂ ਠੀਕ ਹੈ ਹਾਂਜੀ ਪਰਮਪਾਲ ਜੀ ਪਰਮਪਾਲ ਜੀ ਸਰਸਾ ਜੀ सो डिस्टर्बेंस है हाँ जी परमपाल जी आवाज आ रही है आम आदमी पार्टी के खिलाफ नहीं बोल रहे सरसा जी ਨੂੰ ਇਹ ਦੱਸ ਦਿਆਂ ਮੈਂ ਕਿ ਡਰ ਦੀ ਜਿਹੜੀ ਸਾਨੂੰ ਤਾਂ ਗੁੜਤੀ ਨਹੀਂ ਮਿਲੀ ਉਸ ਦਿਨ ਜੰਮੇ ਨਹੀਂ ਠੋਕ ਕੇ ਇਸ਼ੂਜ਼ ਦੇ ਉੱਤੇ ਬੀਜੇਪੀ ਦੇ ਖਿਲਾਫ ਵੀ ਬੋਲਾਂਗੇ ਇਸ਼ੂਜ਼ ਦੇ ਉੱਤੇ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬੋਲਾਂਗੇ ਡਰਿਆ ਤਾਂ ਉਹ ਬੰਦਾ ਹੈ ਜਿਹੜਾ ਕੱਲ ਤਾਈਂ ਜਿਹੜੀ ਪਾਰਟੀ ਨੂੰ ਗਾਲਾਂ ਕੱਢਦਾ ਸੀ ਕਿਸਾਨ ਅੰਦੋਲਨ 'ਚ ਖੜ ਕੇ ਮਾਈਕਾਂ ਤੇ ਖੜ ਕੇ ਤੇ ਸਵੇਰ ਤੱਕ ਗਾਣਾ ਕੱਢਦਾ ਸੀ ਦੁਪਹਿਰੇ ਜਾ ਕੇ ਪਰਨਾ ਪਵਾਇਆ ਆਇਆ ਸੀ ਬੀਜੇਪੀ ਦਾ ਡਰ ਉਹ ਚੀਜ਼ ਹੈ ਡਰ ਅਸੀਂ ਨਹੀਂ ਜਿਹੜੇ ਆਪਦੇ ਸਟੈਂਡ ਤੇ ਖੜੇ ਆ ਜਿੱਥੋਂ ਤੱਕ ਗੱਲ ਕੀਤੀ ਸਰਸਾ ਜੀ ਕਹਿੰਦੇ ਜੀ ਡਿਟੇਨ ਉਹ ਹੁੰਦਾ ਜਦੋਂ ਪੁਲਿਸ ਫੜ ਕੇ ਲੈ ਜੇ ਸਰਸਾ ਜੀ ਦੀ ਮੈਂ ਅੰਗਰੇਜ਼ੀ ਠੀਕ ਕਰਾ ਦਿਆਂ ਉਸ ਨੂੰ ਅਰੈਸਟ ਕਹਿੰਦੇ ਆ ਜਦੋਂ ਪੁਲਿਸ ਫੜ ਕੇ ਲੈ ਜੇ ਡਿਟੇਨ ਹੁੰਦਾ ਕਿਸੇ ਨੂੰ ਕਿਸੇ ਜਗ੍ਹਾ ਤੇ ਰੋਕਣਾ ਐਂਡ ਇੱਕ ਐਡੇ ਪ੍ਰੋਮਿਨੈਂਟ ਸਿੱਖ MP ਨੂੰ ਰੋਕਣਾ ਕਿਸੇ ਵੀ ਫ੍ਰਿਵਲਸ ਕੰਪਲੇਂਟ ਦੇ ਉੱਤੇ ਇਹ ਕਿੱਥੋਂ ਤੱਕ ਤੁਸੀਂ ਜਸਟੀਫਾਈ ਕਰ ਦਿਓਗੇ ਜੀ ਬੀਜੇਪੀ ਦੂਜੀ ਗੱਲ ਇਹਨਾਂ ਨੇ ਕੀਤੀ ਜੀ ਕਿ ਬੀਜੇਪੀ ਦੇ ਸਾਡੇ ਮਗਰ ਫਿਰਦੇ ਆ ਕਿਹਨੇ ਸਰਸੇ ਨੂੰ ਅਪਰੋਚ ਕਰ ਲਿਆ ਹੁਣ ਤਾਈਂ ਜੀ ਇਹ ਦੱਸ ਦੇਣ ਜਾਂ ਸਰਸਾ ਜੀ ਹੋਰਾਂ ਨੂੰ ਬੀਜੇਪੀ ਦੀ ਹਾਈ ਕਮਾਂਡ ਪੁੱਛਦੀ ਹੈ ਇਹਨਾਂ ਨੂੰ ਆਪਦੀ ਪਾਰਟੀ 'ਚ ਤਾਂ ਪਤਾ ਨਹੀਂ ਕੀ ਹੋ ਰਿਹਾ ਕੌਣ ਕਿਹਦੇ ਮਗਰ ਫਿਰ ਰਿਹਾ ਇਹ ਕੇਵਲ ਟੀਵੀ ਤੇ ਬਿਆਨਬਾਜ਼ੀ ਕਰਨ ਵਾਲੇ ਆ ਸਵੇਰ ਤੱਕ ਮੈਂ ਦੁਬਾਰਾ ਰਿਪੀਟ ਕਰਾਂ ਜੀ ਸਵੇਰ ਤੱਕ ਜਿਹੜੇ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਮਾਈਕਾਂ ਤੇ ਚੜ ਕੇ ਕਿਸਾਨ ਅੰਦੋਲਨ ਕਿ ਮੈਂ ਮਰ ਜਾਊਂਗਾ ਪਰ ਕਦੇ ਬੀਜੇਪੀ 'ਚ ਨਹੀਂ ਜਾਊਂਗਾ ਤੇ ਬੀਜੇਪੀ ਦਾ ਪਰਨਾ ਕਿਉਂ ਪਵਾਇਆ ਜੀ ਡਰਿਆ ਕੌਣ ਉਦੋਂ ਈਡੀ ਤੋਂ ਕੌਣ ਡਰਿਆ CBI ਤੋਂ ਕੌਣ ਡਰਿਆ ਕੋਈ ਹੋਣੀਆਂ ਗੱਲਾਂ ਲੁਕਾਉਣ ਵਾਲੀਆਂ ਇਸ ਕਰਕੇ ਡਰੇ ਮੈਂ ਸਪਸ਼ਟ ਕਰ ਦਿਆਂ
ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਡਟ ਕੇ ਜਿਹੜੇ ਸਾਨੂੰ ਅਸੂਲ, ਜਿਹੜੇ ਸਾਨੂੰ ਪ੍ਰਿੰਸੀਪਲਸ ਬਾਦਲ ਸਾਹਿਬ ਨੇ ਸਿਖਾਏ ਆ, ਉਹਨਾਂ ਤੇ ਪਹਿਰਾ ਦੇ ਰਹੇ ਆ। ਜਿਹੜਾ ਬੀਜੇਪੀ ਦਾ ਐਂਟੀ ਸਿੱਖ, ਐਂਟੀ ਮਾਈਨੋਰਿਟੀ ਚਿਹਰਾ ਵਾਰੀ-ਵਾਰੀ ਸਾਹਮਣੇ ਆ ਰਿਹਾ ਹੈ, ਠੋਕ ਕੇ ਉਹਦੇ ਖਿਲਾਫ ਬੋਲਾਂਗੇ। ਕੱਲ ਪਾਰਲੀਮੈਂਟ ਦੇ ਵਿੱਚ ਵੀ ਅਸੂਲ ਦੇ ਮੁੱਦੇ ਤੇ, ਚਾਹੇ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਉਹਦੇ 'ਚ ਨੰਗਾ ਕੀਤਾ ਹੈ, ਜੀ ਕਾਂਗਰਸ ਨੂੰ ਵੀ ਨੰਗਾ ਕੀਤਾ, ਪਰ ਅਸੂਲ ਦੇ ਮੁੱਦੇ ਤੇ ਕੱਲ ਜਿਹੜਾ ਆਰਡੀਨੈਂਸ ਸੀਗਾ ਉਹਦੇ ਖਿਲਾਫ ਅਸੀਂ ਵੋਟ ਪਾਈ ਹੈ। ਜੇ ਡਰਦੇ ਹੁੰਦੇ ਤਾਂ ਵੋਟ ਨਹੀਂ ਪਾਉਂਦੇ ਸੀ। ਇਹ ਮੈਂ ਸਪਸ਼ਟ ਕਰ ਦਿਆਂ, ਜਿਹੜੇ ਸਿੱਖਾਂ ਦੇ ਮੁੱਦੇ ਆ, ਸਾਰੀਆਂ ਸਰਕਾਰਾਂ ਕੇਂਦਰ 'ਚ ਜਿਹੜੀਆਂ ਰਹੀਆਂ, ਚਾਹੇ ਕਾਂਗਰਸ ਦੀ ਰਹੀ ਹੈ ਤੇ ਚਾਹੇ ਹੁਣ ਬੀਜੇਪੀ ਦੀ ਹੈ, ਸਭ ਹਮਾਮ ਮੇ ਸਭ ਨੰਗੇ ਹੈ, ਸਭ ਮਾਈਨੋਰਿਟੀ ਦੇ ਖਿਲਾਫ ਚੱਲਦੇ ਆ, ਪੰਜਾਬ ਦੇ ਖਿਲਾਫ ਚੱਲਦੇ ਆ। ਇਹ ਬੋਲਦੇ ਕਿਉਂ ਨਹੀਂ ਜੀ ਹੁਣ ਇਹਨਾਂ ਮੁੱਦਿਆਂ ਤੇ? ਭਾਜਪਾ ਦੇ ਕਿਉਂ ਨਹੀਂ ਬੋਲਦੇ ਜੀ? ਹੁਣ ਕੱਲ ਖਾਲਸਾ ਏਡ ਵਾਲਿਆਂ ਦੇ NIA ਨੇ ਰੇਟ ਕਰਤੀ 2 ਦਿਨ ਪਹਿਲਾਂ। ਕਿਹੜਾ ਭਾਜਪਾ ਦਾ ਬੰਦੇ ਦੀ ਜ਼ਰੂਰਤ ਹੋਈ ਆ ਬੋਲਣ ਦੀ? ਡਰਦੇ ਕਿਉਂ ਹੈ? ਇਹਨਾਂ ਹੜ੍ਹਾਂ ਦੀ ਸਥਿਤੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ, ਖਾਲਸਾ ਏਡ ਵਰਗੀਆਂ NGOs ਨੇ ਸਰਕਾਰ ਦੀ ਜ਼ਿੰਮੇਵਾਰੀ ਨਿਭਾਈ ਹੈ। ਸਰਕਾਰ ਤਾਂ ਗਾਇਬ ਸੀ ਤੇ ਖਾਲਸਾ ਏਡ ਤੇ NIA ਦੀ ਰੇਡ ਹੁੰਦੀ ਹੈ, ਤੇ ਉਹ ਖਾਲਸਾ ਏਡ ਤੇ NIA ਦੀ ਰੇਡ ਹੁੰਦੀ ਹੈ, ਉਹਦੇ 'ਚ ਕਿਉਂ ਨਹੀਂ ਬੋਲਦੇ ਜੀ? ਨਾ ਸਰਸਾ ਜੀ ਬੋਲੇ, ਨਾ ਬੀਜੇਪੀ ਦਾ ਕੋਈ ਹੋਰ ਬੰਦਾ ਬੋਲਿਆ। ਜੀ ਕੌਣ ਬੋਲੂਗਾ ਜੀ ਇਹਨਾਂ ਮੁੱਦਿਆਂ ਤੇ? ਠੀਕ ਹੈ ਪਰਮਬੰਸ ਜੀ, ਧੰਨਵਾਦ ਹੈ ਜੁੜਨ ਦੇ ਲਈ। ਮਨਜਿੰਦਰ ਸਿਰਸਾ ਸਾਡੇ ਨਾਲ ਜੁੜੇ, ਉਹਨਾਂ ਦਾ ਵੀ ਸ਼ੁਕਰੀਆ। ਤਾਂ ਪੱਖ ਰੱਖਿਆ ਹੈ ਦੋਵਾਂ ਪਾਸੇ ਤੋਂ। ਬੀਜੇਪੀ ਦਾ ਇਹ ਕਹਿਣਾ ਹੈ ਕਿ ਇਹ ਗਲਤ ਹੈ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਕਿਹਾ ਜਾ ਰਿਹਾ ਹੈ, ਪਰ ਜ਼ਿਕਰਯੋਗ ਹੈ ਕਿ ਟਵੀਟ ਕੀਤਾ ਗਿਆ ਬਕਾਇਦਾ ਧਨਵੰਜੀ ਦੇਸੀ ਦੇ ਵੱਲੋਂ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕਿਸਾਨੀ ਅੰਦੋਲਨ 'ਚ ਜਾਣ ਦੀ, ਬੋਲਣ ਦੀ ਉਹਨਾਂ ਦੇ ਹੱਕ ਦੇ ਵਿੱਚ ਕੀਮਤ ਚੁਕਾਉਣੀ ਪਈ ਹੈ। ਤਾਂ ਉਸੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦਾ ਜਿਹੜਾ ਹੈ ਉਹ ਹਿਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਹੋਣਾ ਨਹੀਂ ਚਾਹੀਦਾ ਸੀ।